नमस्कार साथियों। रीड ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਆਪਾਂ ਪੰਜਾਬੀ ਲੈਂਗੁਏਜ ਦੇ ਅੰਦਰ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਸਿੱਖਿਆ ਸ਼ਾਸਤਰ ਤੋਂ ਸੰਬੰਧਿਤ ਟੌਪਿਕ ਪੜ੍ਹ ਰਹੇ ਸੀ ਤੇ ਉਸ ਦੇ ਅੰਦਰ ਅੱਜ ਆਪਾਂ ਜੋ ਗੱਲ ਕਰਨੀ ਹੈ ਉਹ ਗੱਲ ਕਰਨੀ ਹੈ ਦੇਖਣ ਸੁਣਨ ਦੇ ਸਾਧਨਾਂ ਦੀ ਲੋੜ ਅਤੇ ਉਹਨਾਂ ਦੀ ਕੀ ਮਹੱਤਤਾ ਹੈ ਇਸ ਦੇ ਬਾਰੇ। ਇਸ ਤੋਂ ਪਿਛਲੀ ਕਲਾਸ ਦੇ ਅੰਦਰ ਆਪਾਂ ਸਹਾਇਕ ਸਾਧਨਾਂ ਦੀ ਗੱਲ ਕਰਕੇ ਆਏ ਸੀ, ਕੁਝ ਪਰਿਭਾਸ਼ਾ ਦੇਖ ਕੇ ਆਏ ਸੀ, ਉਹਨਾਂ ਦਾ ਮਹੱਤਵ ਦੇਖਿਆ ਸੀ ਤੇ ਉਸ ਤੋਂ ਪਹਿਲਾਂ ਆਪਾਂ ਜਿਹੜੀ ਭਾਸ਼ਾ ਦੇ ਕੌਸ਼ਲ ਸਨ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਸੀ। ਜਿਹੜੇ ਮੇਰੇ ਸਾਥੀਆਂ ਨੇ ਉਹ ਵੀਡੀਓ ਨਾ ਦੇਖੇ ਹੋਣ ਤਾਂ ਉਹ ਚੈਨਲ ਦੀ ਪਲੇਲਿਸਟ ਦੇਖ ਸਕਦੇ ਨੇ। ਉੱਥੇ ਆਪ ਨੂੰ ਰੀਡ ਨਾਮ ਦਾ ਇੱਕ ਪਾਰਟ ਮਿਲੇਗਾ ਜਿਸ ਦੇ ਅੰਦਰ ਕੰਪਲੀਟ ਵੀਡੀਓ ਮਿਲਣ ਵਾਲੇ ਨੇ। ਇਸ ਤੋਂ ਇਲਾਵਾ ਪ੍ਰਸ਼ਨਾਂ ਦੇ ਪੁਰਾਣੇ ਵੀਡੀਓ ਵੀ ਆਪ ਨੂੰ ਮਿਲਣ ਵਾਲੇ ਨੇ, ਉਹ ਵੀ ਚੈਨਲ ਦੀ ਪਲੇਲਿਸਟ ਦੇ ਅੰਦਰ ਨੇ। ਇਸ ਤੋਂ ਇਲਾਵਾ ਹਰ ਰੋਜ਼ ਦੇ ਹਿਸਾਬ ਨਾਲ ਤੁਸੀਂ ਜੇਕਰ ਵੀਡੀਓ ਦੇਖਣਾ ਚਾਹੋ ਤਾਂ ਉਹ ਤੁਹਾਨੂੰ ਵੀਡੀਓ ਵਾਲੇ ਸੈਕਸ਼ਨ ਦੇ ਅੰਦਰ ਮਿਲ ਜਾਏਗਾ। ਤਾਂ ਆਓ ਸਾਥੀਓ ਗੱਲ ਕਰਦੇ ਹਾਂ ਆਪਾਂ ਦੇਖਣ ਸੁਣਨ ਸਾਧਨਾਂ ਦੀ ਲੋੜ ਅਤੇ ਉਹਨਾਂ ਦੀ ਕੀ ਮਹੱਤਤਾ ਹੈ ਇਸ ਦੇ ਬਾਰੇ। ਦੇਖਣ ਸੁਣਨ ਸਾਧਨਾਂ ਦੀ ਲੋੜ ਅਤੇ ਮਹੱਤਤਾ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਜਾ ਸਕਦਾ ਹੈ। ਯਾਨੀ ਹੁਣ ਪੁਆਇੰਟਾਂ ਤੇ ਆਧਾਰਿਤ ਆਪਾਂ ਇਹਨਾਂ ਦੀ ਗੱਲ ਕਰਾਂਗੇ ਕਿ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਦੇਖਣ ਸੁਣਨ ਸਾਧਨਾਂ ਦੀ ਲੋੜ ਮਹਿਸੂਸ ਕਰਵਾਉਂਦੀਆਂ ਨੇ ਜਾਂ ਫਿਰ ਆਪਾਂ ਇਉਂ ਕਹੀਏ ਕਿ ਉਹਨਾਂ ਦੇ ਮਹੱਤਵ ਨੂੰ ਹੋਰ ਵਧਾਉਂਦੀਆਂ ਨੇ। ਤਾਂ ਸਭ ਤੋਂ ਪਹਿਲੇ ਆਪਣੇ ਕੋਲ ਆ ਜਾਂਦਾ ਹੈ ਗਿਆਨ ਦਾ ਸਥਾਈਕਰਨ। ਸਥਾਈਕਰਨ ਤੋਂ ਮਤਲਬ ਹੋ ਗਿਆ ਕਿ ਕੋਈ ਚੀਜ਼ ਹੈ ਜਿਹੜੀ ਆਪਣੇ ਦਿਮਾਗ ਦੇ ਅੰਦਰ ਪਰਮਾਨੈਂਟਲੀ ਹੋ ਜਾਏ, ਹਮੇਸ਼ਾ ਦੇ ਲਈ ਉਹ ਸਾਡੇ ਯਾਦ ਰਵੇ। ਦੇਖਣ ਸੁਣਨ ਦੇ ਸਾਧਨ ਗਿਆਨ ਨੂੰ ਸਥਾਈ ਕਰਨ ਵਿੱਚ ਸਹਾਈ ਹਨ। ਯਾਨੀ ਜਿਹੜੇ ਸਾਧਨ ਹੁੰਦੇ ਨੇ ਦੇਖਣ ਤੇ ਸੁਣਨ ਦੇ, ਇਹ ਸਾਡੇ ਗਿਆਨ ਨੂੰ ਪਰਮਾਨੈਂਟ ਕਰਦੇ ਨੇ, ਇਹ ਹਮੇਸ਼ਾ ਦੇ ਲਈ ਸਾਡੇ ਯਾਦ ਰਹਿ ਜਾਂਦਾ ਹੈ। ਯਾਨੀ ਜੋ ਅਸੀਂ ਦੇਖੀ ਹੋਵੇ ਜਾਂ ਫਿਰ ਸੁਣੀ ਹੋਵੇ ਕੋਈ ਵੀ ਚੀਜ਼ ਤਾਂ ਉਸ ਨੂੰ ਅਸੀਂ ਹਮੇਸ਼ਾ ਦੇ ਲਈ ਭੁੱਲਦੇ ਨਹੀਂ ਹਾਂ, ਹਰ ਵੇਲੇ ਸਾਡੇ ਉਹ ਚੇਤੇ ਰਹਿੰਦੇ ਨੇ। ਬੱਚੇ ਪਾਠ ਪੁਸਤਕਾਂ ਵਿੱਚੋਂ ਸਿੱਖ ਕੇ ਉਸ ਨੂੰ ਵਿਵਹਾਰ ਵਿੱਚ ਲਿਆਉਣ ਲਈ ਉਸ ਗਿਆਨ ਦੀ ਵਰਤੋਂ ਕਰ ਸਕਣ, ਇਸ ਲਈ ਉਸ ਗਿਆਨ ਦਾ ਸਥਾਈ ਹੋਣਾ ਜ਼ਰੂਰੀ ਹੈ। ਯਾਨੀ ਬੱਚੇ ਉਹ ਗਿਆਨ ਨੂੰ ਪਾਠ ਪੁਸਤਕਾਂ ਦੇ ਅੰਦਰੋਂ ਸਿੱਖ ਕੇ ਤੇ ਆਪਣੀ ਆਦਤ ਦੇ ਅੰਦਰ ਢਾਲ ਸਕਣ, ਆਪਣੇ ਜੀਵਨ ਦੇ ਨਾਲ ਜੋੜ ਕੇ ਉਸ ਗਿਆਨ ਨੂੰ ਸਮਝਣ। ਇਸ ਦੇ ਲਈ ਬੱਚਿਆਂ ਲਈ ਗਿਆਨ ਹੈ ਜਿਹੜਾ ਉਹ ਸਹਾਇਕ ਸਾਮਗਰੀ ਦੇ ਮਾਧਿਅਮ ਨਾਲ ਦੇਖਣ ਸੁਣਨ ਦੇ ਸਾਧਨ ਹੁੰਦੇ ਨੇ ਜਿਹੜੇ ਉਹਨਾਂ ਦੇ ਰਾਹੀਂ ਉਹ ਸਥਾਈ ਹੁੰਦਾ ਹੈ। ਤਾਂ ਇਸ ਲਈ ਗਿਆਨ ਦੇ ਸਥਾਈਕਰਨ ਦੇ ਅੰਦਰ ਵੀ ਦੇਖਣ ਸੁਣਨ ਦੇ ਸਾਧਨ ਨੇ ਜਿਹੜੇ ਉਹਨਾਂ ਦਾ ਮਹੱਤਵ ਵੱਧਦਾ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਅਗਲਾ ਪੁਆਇੰਟ ਆ ਜਾਂਦਾ ਹੈ ਜਿਸ ਦੇ ਅੰਦਰ ਆਪਾਂ ਦੇਖਣਾ ਹੈ ਕਿਰਿਆਸ਼ੀਲਤਾ ਦੇ ਸਿਧਾਂਤ ਦੇ ਬਾਰੇ। ਹੁਣ ਕਿਰਿਆਸ਼ੀਲਤਾ ਦਾ ਜੋ ਸਿਧਾਂਤ ਹੈ ਉਸ ਦੇ ਬਾਰੇ ਆਪਾਂ ਦੇਖ ਲੈਂਦੇ ਹਾਂ। ਸਿੱਖਿਆ ਦੇਣ ਵਿੱਚ ਕਿਰਿਆ ਰਾਹੀਂ ਗਿਆਨ ਦੀ ਪ੍ਰਾਪਤੀ ਵਧੇਰੇ ਲਾਭਦਾਇਕ ਹੈ। ਕਿਰਿਆ ਤਾਂ ਤੁਸੀਂ ਸਮਝਦੇ ਹੋਗੇ, ਯਾਨੀ ਕੋਈ ਐਕਟੀਵਿਟੀ ਕਰਨਾ, ਕੋਈ ਕੰਮ ਕਰਨਾ। ਜਦੋਂ ਆਪਾਂ ਪੜ੍ਹਾਈ ਦੇ ਅੰਦਰ ਕੋਈ ਕੰਮ ਕਰਕੇ ਬੱਚੇ ਨੂੰ ਸਿਖਾਉਂਦੇ ਆ, ਜਿਸ ਨੂੰ ਤੁਸੀਂ ਪ੍ਰੈਕਟੀਕਲ ਕਹਿ ਦਿੰਦੇ ਹੋ, ਤਾਂ ਉਸ ਵੇਲੇ ਬੱਚੇ ਨੂੰ ਗਿਆਨ ਸਭ ਤੋਂ ਜ਼ਿਆਦਾ ਹੁੰਦਾ ਹੈ। ਉਹ ਜਿਹੜੀ ਐਕਟੀਵਿਟੀ ਹੈ, ਉਹ ਜਿਹੜੀ ਘਟਨਾਕ੍ਰਮ ਕਹਿ ਲਓ ਜਾਂ ਫਿਰ ਉਹ ਵਿਹਾਰ ਕਹਿ ਦਿਓ, ਤਾਂ ਉਹ ਬੱਚੇ ਦੇ ਲਈ ਸਭ ਤੋਂ ਜ਼ਿਆਦਾ ਲਾਹੇਵੰਦ ਹੁੰਦਾ ਹੈ, ਲਾਭਦਾਇਕ ਹੁੰਦਾ ਹੈ। ਇਸ ਨਾਲ ਗਿਆਨ ਸਥਾਈ ਹੋਣ ਦੇ ਨਾਲ ਪ੍ਰਭਾਵਸ਼ਾਲੀ ਵੀ ਬਣਦਾ ਹੈ। ਯਾਨੀ ਗਿਆਨ ਹੈ ਜਿਹੜਾ ਬੱਚੇ ਦਾ ਉਹ ਪ੍ਰਭਾਵਸ਼ਾਲੀ ਹੋ ਜਾਂਦਾ ਹੈ ਤੇ ਉਸ ਦਾ ਗਿਆਨ ਹੈ ਜਿਹੜਾ ਉਹ ਪਰਮਾਨੈਂਟ ਵੀ ਹੋ ਜਾਂਦਾ ਹੈ। ਬੱਚੇ ਖੇਡ ਦੀ ਕਿਰਿਆ ਸਮੇਂ ਸਹਿਜਤਾ ਨਾਲ ਗਿਆਨ ਪ੍ਰਾਪਤ ਕਰ ਲੈਂਦੇ ਹਨ ਅਤੇ ਉਹ ਗਿਆਨ ਸਥਾਈ ਵੀ ਬਣ ਜਾਂਦਾ ਹੈ। ਯਾਨੀ ਬੱਚੇ ਜਿਹੜੇ ਖੇਡਾਂ ਦੇ ਅੰਦਰ ਕੀ ਕਰਦੇ ਨੇ, ਇੱਕ ਤਾਂ ਉਹ ਕੁਝ ਨਾ ਕੁਝ ਸਿੱਖ ਜਾਂਦੇ ਨੇ ਤੇ ਇਸ ਦੇ ਨਾਲ ਖੇਡ ਰਾਹੀਂ ਸਿੱਖਿਆ ਗਿਆ ਜੋ ਵੀ ਉਹਨਾਂ ਦਾ ਗਿਆਨ ਹੈ ਉਸ ਨੂੰ ਉਹ ਸਦਾ ਦੇ ਲਈ ਆਪਣੇ ਦਿਮਾਗ 'ਚ ਸੰਜੋ ਲੈਂਦੇ ਨੇ, ਇਕੱਠਾ ਕਰ ਲੈਂਦੇ ਨੇ, ਫਿਰ ਉਹ ਭੁੱਲਦੇ ਨਹੀਂ ਹੈ। ਯਾਨੀ ਆਪਾਂ ਇਉਂ ਕਹੀਏ ਕਿ ਉਹ ਪਰਮਾਨੈਂਟ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਸਾਰਥਕ ਅਨੁਭਵ। ਯਾਨੀ ਜਿਹੜੇ ਠੀਕ ਜਾਂ ਫਿਰ ਅਸੀਂ ਇਹ ਕਹੀਏ ਕਿ ਸਹੀ ਅਰਥਾਂ ਵਾਲੇ ਐਕਸਪੀਰੀਅੰਸ ਹੈ ਉਹਨਾਂ ਦੇ ਬਾਰੇ। ਦੇਖਣ ਸੁਣਨ ਸਮੱਗਰੀ ਰਾਹੀਂ ਅਧਿਆਪਕ ਨੂੰ ਗਿਆਨ ਸਥੂਲ ਰੂਪ ਵਿੱਚ ਕਰਵਾਇਆ ਜਾਂਦਾ ਹੈ। ਵਿਦਿਆਰਥੀ ਇਸ ਦੀ ਮਦਦ ਨਾਲ ਦੇਖ ਕੇ ਜਾਂ ਛੂਹ ਕੇ ਬੜੇ ਸੌਖੇ ਤਰੀਕੇ ਨਾਲ ਉਸ ਨੂੰ ਸਮਝ ਜਾਂਦੇ ਨੇ। ਬੱਚੇ ਕੀ ਕਰਦੇ ਨੇ, ਦੇਖਣ ਸੁਣਨ ਦੀ ਜਿਹੜੀ ਸਾਮਗਰੀ ਹੁੰਦੀ ਹੈ ਉਹਨੂੰ ਦੇਖਦੇ ਨੇ ਜਾਂ ਫਿਰ ਉਸ ਨੂੰ ਟੱਚ ਕਰਕੇ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਛੂਹ ਕੇ
ਪ੍ਰੈਕਟਿਸ ਕਰਕੇ ਉਹ ਖੁਦ ਮਹਿਸੂਸ ਕਰਦੇ ਨੇ। ਤੇ ਇਸ ਤਰੀਕੇ ਨਾਲ ਜਦੋਂ ਕੋਈ ਬੱਚੇ ਨੂੰ ਆਪਾਂ ਗਿਆਨ ਦਿੰਦੇ ਹਾਂ ਤਾਂ ਉਹ ਬੱਚੇ ਨੂੰ ਇੱਕ ਤਾਂ ਉਸ ਦਾ ਮਨੋਰੰਜਨ ਕਰਦਾ, ਬੱਚੇ ਲਈ ਉਹ ਰੋਚਕ ਤੱਥ ਵੀ ਹੁੰਦਾ ਹੈ ਤੇ ਇਸ ਦੇ ਨਾਲ ਨਾਲ ਇਸ ਤਰੀਕੇ ਨਾਲ ਸਿੱਖਿਆ ਗਿਆ ਗਿਆਨ ਹੈ ਜਿਹੜਾ ਬੱਚੇ ਲਈ ਸਥਾਈ ਵੀ ਹੋ ਜਾਂਦਾ ਹੈ ਤੇ ਉਹ ਸਾਰਥਕ ਐਕਸਪੀਰੀਅੰਸ ਬੱਚੇ ਨੂੰ ਕਰਾਉਣ ਦੇ ਅੰਦਰ ਮਦਦ ਕਰਦਾ ਹੈ। ਇਹ ਪਾਠ ਨੂੰ ਰੋਚਕ ਅਤੇ ਮਨੋਰੰਜਕ ਬਣਾਉਂਦੀ ਹੈ। ਤਾਂ ਇਸ ਤਰੀਕੇ ਨਾਲ ਉਹ ਆਪਣਾ ਜੋ ਪਾਠ ਹੁੰਦਾ ਹੈ, ਸਿਖਾਉਣ ਦਾ ਜਿਹੜਾ ਕਿਰਿਆ ਕਰਮ ਹੁੰਦਾ ਹੈ, ਉਹ ਬੱਚੇ ਦੇ ਲਈ ਰੋਚਕ ਹੋ ਜਾਂਦਾ ਹੈ ਤੇ ਮਨੋਰੰਜਨ ਵੀ ਕਰਦਾ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਜੋ ਅਗਲਾ ਆ ਜਾਂਦਾ ਹੈ ਉਹ ਆ ਜਾਂਦਾ ਹੈ ਸਪਸ਼ਟੀਕਰਨ ਵਿੱਚ ਸਹਾਇਕ। ਸਪਸ਼ਟੀਕਰਨ ਦੀ ਮਦਦ ਨਾਲ ਬੱਚੇ ਕਠਿਨ ਸਮੱਗਰੀ ਨੂੰ ਬੜੇ ਸੌਖੇ ਤਰੀਕੇ ਨਾਲ ਸਿੱਖ ਜਾਂਦੇ ਹਨ, ਕਿਉਂਕਿ ਬੱਚੇ ਜੋ ਅੱਖਾਂ ਨਾਲ ਦੇਖਦੇ ਹਨ ਉਹ ਕੰਨਾਂ ਨਾਲ ਸੁਣ ਕੇ ਉਸ ਨੂੰ ਜਲਦੀ ਗ੍ਰਹਿਣ ਕਰ ਲੈਂਦੇ ਨੇ। ਤਾਂ ਇਹ ਗੱਲ ਤਾਂ ਸਭ ਤੋਂ ਇੰਪੋਰਟੈਂਟ ਹੈ, ਜੋ ਬੱਚਿਆਂ ਨੇ ਦੇਖਿਆ ਉਹ ਕੰਨਾਂ ਨਾਲ ਸੁਣ ਕੇ ਜਲਦੀ ਗ੍ਰਹਿਣ ਕਰਦੇ ਨੇ। ਯਾਨੀ ਆਪਾਂ ਇਉਂ ਕਹੀਏ ਕਿ ਜਿਹੜੀ ਸਪਸ਼ਟੀਕਰਨ ਹੈ, ਗੱਲ ਨੂੰ ਹੋਰ ਸਾਫ਼ ਕਰਕੇ ਸਮਝਾਉਣਾ, ਤਾਂ ਉਸ ਨਾਲ ਬੱਚੇ ਦੀ ਜਿਹੜੀ ਔਖੀ ਸਾਮਗਰੀ ਹੈ ਉਹ ਸੌਖੇ ਤਰੀਕੇ ਨਾਲ ਗ੍ਰਹਿਣ ਕਰ ਜਾਂਦੇ ਨੇ, ਉਹ ਬੱਚੇ ਸਿੱਖ ਜਾਂਦੇ ਨੇ। ਫਿਰ ਅਗਲਾ ਪੁਆਇੰਟ ਆ ਜਾਂਦਾ ਪ੍ਰੇਰਨਾ ਦਾ ਸਰੋਤ। ਯਾਨੀ ਪ੍ਰੇਰਨਾ ਸਰੋਤ ਦਾ ਵੀ ਕੰਮ ਨੇ ਦੇਖਣ ਸੁਣਨ ਦੇ ਜੋ ਸਾਧਨ ਨੇ। ਦੇਖਣ ਸੁਣਨ ਦੇ ਸਾਧਨ ਬੱਚੇ ਦਾ ਧਿਆਨ ਖਿੱਚਦੇ ਨੇ। ਇਸ ਦੀ ਮਦਦ ਨਾਲ ਬੱਚੇ ਦੀ ਪਾਠ ਸਮੱਗਰੀ ਅਕਾਊ ਨਾ ਹੋ ਕੇ ਰੋਚਕ ਹੋ ਜਾਂਦੀ ਹੈ। ਯਾਨੀ ਬੱਚਾ ਹਰ ਵੇਲੇ ਰੁਚੀਕਰ ਹੋ ਕੇ ਪੜ੍ਹਦਾ ਹੈ, ਉਹਦੀ ਜਿਗਿਆਸਾ ਹੁੰਦੀ ਹੈ ਵੀ ਹੋਰ ਅੱਗੇ ਕੀ ਹੋਏਗਾ। ਹਰ ਵੇਲੇ ਉਹ ਉਤਸੁਕ ਰਹਿੰਦਾ ਹੈ ਕੋਈ ਅੱਗੇ ਦੀ ਗੱਲ ਜਾਣਨ ਦੇ ਲਈ, ਸਿੱਖਣ ਦੇ ਲਈ। ਇਸ ਲਈ ਇਹ ਪ੍ਰੇਰਨਾ ਸਰੋਤ ਦਾ ਵੀ ਕੰਮ ਕਰਦੇ ਨੇ। ਸਹਾਇਕ ਸਾਧਨ ਹੁੰਦੇ ਨੇ ਜੋ ਦੇਖਣ ਸੁਣਨ ਦੇ ਸਹਾਇਕ ਸਾਧਨਾਂ ਦੀ ਗੱਲ ਕਰ ਰਹੇ ਆਪਾਂ। ਇਸ ਦੀ ਮਦਦ ਨਾਲ ਬੱਚਿਆਂ ਨੂੰ ਸਿਖਾਉਣ ਦੀ ਕਿਰਿਆ ਪ੍ਰੇਰਨਾ ਤੇ ਉਤਸੁਕਤਾ ਨਾਲ ਅੱਗੇ ਵਧਦੀ ਹੈ। ਤਾਂ ਇਸ ਨਾਲ ਕੀ ਹੁੰਦਾ ਹੈ, ਬੱਚੇ ਇੱਕ ਦੂਸਰੇ ਤੋਂ ਹੀ ਇਹ ਗਿਆਨ ਹਾਸਲ ਕਰਦੇ ਨੇ ਤੇ ਉਤਸੁਕ ਹੋ ਕੇ ਹਮੇਸ਼ਾ ਡਿਸਕਸ਼ਨ ਵੀ ਕਰਦੇ ਨੇ, ਚੀਜ਼ ਨੂੰ ਦੇਖਦੇ ਨੇ, ਸੁਣਦੇ ਨੇ। ਤਾਂ ਉਹਨਾਂ ਦੇ ਅੰਦਰ ਇੱਕ ਵਧੀਆ ਮਾਹੌਲ ਜਿੱਥੇ ਬਣਦਾ ਹੈ ਉੱਥੇ ਉਤਸੁਕਤਾ ਦੇ ਅੰਦਰ ਵਾਧਾ ਹੁੰਦਾ ਹੈ ਤੇ ਗਿਆਨ ਵੀ ਪਰਮਾਨੈਂਟਲੀ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਪੁਆਇੰਟ ਆ ਜਾਂਦਾ ਸਮੇਂ ਅਤੇ ਸ਼ਕਤੀ ਦੀ ਬਚਤ। ਇਸ ਦੇ ਨਾਲ ਟਾਈਮ ਵੀ ਬਚਦਾ ਹੈ ਤੇ ਐਨਰਜੀ ਵੀ ਘੱਟ ਖਪਤ ਹੁੰਦੀ ਹੈ। ਦੇਖਣ ਸੁਣਨ ਨਾਲ ਪੜ੍ਹਨ ਨਾਲੋਂ ਛੇਤੀ ਸਿੱਖਿਆ ਗ੍ਰਹਿਣ ਕੀਤੀ ਜਾ ਸਕਦੀ ਹੈ। ਯਾਨੀ ਪੜ੍ਹ ਕੇ ਬੱਚੇ ਨੂੰ ਆਪਾਂ ਸਿਖਾਈਏ ਤਾਂ ਉਹ ਗਿਆਨ ਨਾਲੋਂ ਕਿਤੇ ਜ਼ਿਆਦਾ ਕਾਰਗਰ ਸਿੱਧ ਹੋਣ ਵਾਲਾ ਗਿਆਨ ਹੁੰਦਾ ਦੇਖਣ ਸੁਣਨ ਨਾਲ ਕਰਵਾਇਆ ਗਿਆ ਗਿਆਨ। ਕਿਉਂਕਿ ਇਸ ਦੀ ਮਦਦ ਨਾਲ ਬੱਚਾ ਜੋ ਗਿਆਨ ਪੜ੍ਹ ਕੇ ਸਿੱਖਦਾ ਹੈ ਉਸ ਨੂੰ ਦੇਖਣ ਵਿੱਚ ਸਮਾਂ ਅਤੇ ਸ਼ਕਤੀ ਘੱਟ ਲੱਗਦੀ ਹੈ। ਹੁਣ ਆਪਾਂ ਕਿਤਾਬ ਤੋਂ ਇੱਕ ਤਾਂ ਪੜ੍ਹਾ ਕੇ ਉਸ ਨੂੰ ਸਮਝਾਇਆ, ਇੱਕ ਬੱਚੇ ਨੇ ਉਹ ਚੀਜ਼ ਦੇਖ ਹੀ ਲਈ ਹੈ ਤੇ ਕੰਨਾਂ ਨਾਲ ਸੁਣ ਲਈ ਹੈ, ਤਾਂ ਉਹ ਉਸ ਦੇ ਲਈ ਸੌਖੀ ਵੀ ਹੋ ਗਈ, ਇੱਕ ਐਨਰਜੀ ਵੀ ਬਚੀ, ਖਪਤ ਬਚੀ ਉਸ ਦੀ ਕਿ ਉਸ ਨੂੰ ਪੜ੍ਹਨਾ ਨਹੀਂ ਪਿਆ। ਦੂਜਾ ਉਸ ਨੂੰ ਉਹ ਦਿਖਾਈ ਵੀ ਦੇ ਗਿਆ ਉਸ ਦਾ ਚਿੱਤਰ, ਤਾਂ ਉਹ ਪਰਮਾਨੈਂਟਲੀ ਵੀ ਹੋ ਜਾਏਗਾ ਉਸ ਦੇ ਲਈ ਅਤੇ ਸਿੱਖਿਆ ਵੀ ਸਥਾਈ ਹੋ ਜਾਂਦੀ ਹੈ। ਇਸ ਤਰ੍ਹਾਂ ਸਮੇਂ ਅਤੇ ਸ਼ਕਤੀ ਦੀ ਬਚਤ ਵੀ ਹੋ ਜਾਂਦੀ ਹੈ। ਯਾਨੀ ਇਸ ਤਰੀਕੇ ਨਾਲ ਬੱਚਾ ਜਿਹੜਾ ਦੇਖਣ ਸੁਣਨ ਦੇ ਸਾਧਨ ਹੁੰਦੇ ਨੇ ਉਹ ਦੇਖ ਕੇ ਆਪਣੇ ਸਮੇਂ ਨੂੰ ਵੀ ਬਚਾਉਂਦੇ ਨੇ ਤੇ ਆਪਣੀ ਸ਼ਕਤੀ ਨੂੰ ਵੀ ਬਚਾਉਂਦੇ ਨੇ। ਫਿਰ ਉਸ ਤੋਂ ਬਾਅਦ 'ਚ ਆਪਣੇ ਕੋਲ ਅਗਲਾ ਪੁਆਇੰਟ ਆ ਜਾਂਦਾ ਹੈ ਸਿੱਖਣ ਵਿੱਚ ਤੇਜ਼ੀ ਆਉਣਾ। ਯਾਨੀ ਬੱਚੇ ਦੇ ਗਿਆਨ ਗ੍ਰਹਿਣ ਕਰਨ ਦੇ ਅੰਦਰ ਇੱਕ ਹੋਰ ਰਫਤਾਰ ਆ ਜਾਂਦੀ ਹੈ, ਬਹੁਤ ਤੇਜ਼ ਗਤੀ ਦੇ ਨਾਲ ਬੱਚੇ ਸਿੱਖਦੇ ਨੇ। ਸਿੱਖਣ ਵਿੱਚ ਤੇਜ਼ੀ ਲਿਆਉਣ ਲਈ ਗਿਆਨ ਇੰਦਰੀਆਂ ਸਹਾਈ ਨੇ। ਗਿਆਨ ਇੰਦਰੀਆਂ ਤੁਸੀਂ ਸਮਝਦੇ ਹੋਵੋਗੇ। ਗਿਆਨ ਇੰਦਰੀਆਂ ਦੇਖਣ ਸੁਣਨ ਸਮੇਂ ਵਧੇਰੇ ਕਿਰਿਆਸ਼ੀਲ ਹੁੰਦੀਆਂ ਹਨ। ਇਹਨਾਂ ਗਿਆਨ ਇੰਦਰੀਆਂ ਦੀ ਮਦਦ ਨਾਲ ਬੱਚਾ ਤੇਜ਼ੀ ਨਾਲ ਸਿੱਖਦਾ ਹੈ। ਯਾਨੀ ਜਿਹੜੀ ਇਹ ਗਿਆਨ ਇੰਦਰੀਆਂ ਹੁੰਦੀਆਂ ਨੇ ਉਹ ਹੈ ਜੋ ਉਹ ਬੱਚੇ ਦੀ ਮਦਦ ਕਰਦੀਆਂ ਨੇ, ਹੈਲਪ ਕਰਦੀਆਂ ਨੇ ਤੇ ਬੱਚਾ ਗਿਆਨ ਨੂੰ ਹੋਰ ਰਫਤਾਰ ਦੇ ਨਾਲ ਗ੍ਰਹਿਣ ਕਰ ਲੈਂਦਾ ਹੈ। ਇਹ ਸਿੱਖਣ ਸਿਖਾਉਣ ਦੇ ਅੰਦਰ ਤੇਜ਼ੀ ਲਿਆਉਣ ਦੇ ਲਈ ਇੱਕ ਆਪਾਂ ਲੋੜੀਂਦਾ ਤੇ ਮਹੱਤਵਪੂਰਨ ਦੇਖਣ ਸੁਣਨ ਸਾਧਨ ਕਹਿ ਸਕਦੇ ਹਾਂ। ਫਿਰ ਉਸ ਤੋਂ ਬਾਅਦ 'ਚ ਆ ਗਿਆ ਆਪਣੇ ਕੋਲ ਕਲਪਨਾ ਸ਼ਕਤੀ ਵਧਾਉਣ ਵਿੱਚ ਸਹਾਈ। ਬੱਚੇ ਕਲਪਨਾ ਕਰਨਗੇ ਤਾਂ ਉਹ ਵਧੇਰੇ ਸਿੱਖਣਗੇ, ਕਿਉਂਕਿ ਕਲਪਨਾ ਬਹੁਤ ਜ਼ਰੂਰੀ ਹੋ ਜਾਂਦੀ ਹੈ। ਕਲਪਨਾ ਸਮਝਦੇ ਹੋਵੋਗੇ, ਐਸੇ ਦ੍ਰਿਸ਼ ਜਾਂ ਫਿਰ ਕਲਪਿਤ ਦ੍ਰਿਸ਼ ਜਿਹੜੇ ਉਹਨਾਂ ਦੇ ਦਿਮਾਗ ਦੇ ਅੰਦਰ ਹੁੰਦੇ ਨੇ ਉਹ ਅਗਰ ਘਟਦੇ ਨੇ ਤਾਂ ਉਹਨਾਂ ਨੂੰ ਗਿਆਨ ਦਾ ਇਜ਼ਾਫਾ ਜ਼ਿਆਦਾ ਹੋਏਗਾ।
ਇੱਕ ਮਨੋਵਿਗਿਆਨਿਕ ਵਿਚਾਰ ਅਨੁਸਾਰ ਬੱਚੇ ਜੋ ਦੇਖਦੇ ਸੁਣਦੇ ਹਨ ਉਸ ਨੂੰ ਵਿਚਾਰ ਕੇ ਆਪਣੀ ਸੂਝ ਅਨੁਸਾਰ ਕਰਨ ਦਾ ਵੀ ਯਤਨ ਕਰਦੇ ਨੇ। ਯਾਨੀ ਉਹਨਾਂ ਨੇ ਜੋ ਮਨ 'ਚ ਸੋਚਿਆ ਉਸ ਨੂੰ ਕਰਨ ਦੀ ਵੀ ਸੋਚਦੇ ਨੇ। ਇਸ ਤਰ੍ਹਾਂ ਇਹ ਬੱਚਿਆਂ ਵਿੱਚ ਕਲਪਨਾ ਸ਼ਕਤੀ ਵਧਾਉਣ ਲਈ ਵੀ ਸਹਾਇਕ ਹੁੰਦੇ ਨੇ। ਤਾਂ ਬੱਚੇ ਅਕਸਰ ਕੀ ਕਰਦੇ ਨੇ, ਜੋ ਕੁਛ ਉਹਨਾਂ ਦੇ ਦਿਮਾਗ ਦੇ ਅੰਦਰ ਆਇਆ ਉਸ ਨੂੰ ਦੇਖ ਕੇ ਕੁਝ ਨਵਾਂ ਰੂਪ ਦੇਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਅਤੇ ਐਸਾ ਕਰਦੇ ਨਹੀਂ ਤਾਂ ਬੱਚੇ ਦੇ ਅੰਦਰ ਕਿਤੇ ਨਾ ਕਿਤੇ ਗਿਆਨ ਸ਼ਕਤੀ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਹੈ। ਤਾਂ ਇਸ ਲਈ ਕਹਿ ਸਕਦੇ ਹਾਂ ਕਿ ਜਿਹੜੇ ਦੇਖਣ ਸੁਣਨ ਦੇ ਸਾਧਨ ਹੁੰਦੇ ਨੇ ਇਹਨਾਂ ਦਾ ਮਹੱਤਵ ਬੱਚੇ ਦੇ ਗਿਆਨ ਦੇ ਲਈ ਬਹੁਤ ਜ਼ਿਆਦਾ ਹੋ ਜਾਂਦਾ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਜੋ ਅਗਲਾ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਵਿਗਿਆਨਿਕ ਸੋਚ ਦਾ ਵਿਕਾਸ। ਵਿਗਿਆਨਿਕ ਸੋਚ ਦਾ ਵਿਕਾਸ ਦੇਖਣ ਸੁਣਨ ਨਾਲ ਬੱਚਿਆਂ ਵਿੱਚ ਵਿਗਿਆਨਿਕ ਸੋਚ ਦਾ ਵਿਕਾਸ ਹੁੰਦਾ ਹੈ। ਯਾਨੀ ਇੱਕ ਸਾਇੰਟੀਫਿਕ ਅਸੀਂ ਕਹਿ ਦਿੰਦੇ ਹਾਂ ਕਿ ਉਹਨਾਂ ਦੇ ਅੰਦਰ ਸੋਚ ਡਿਵੈਲਪ ਹੋ ਜਾਂਦੀ ਹੈ। ਇਸ ਦੀ ਮਦਦ ਨਾਲ ਬੱਚੇ ਸਿੱਖ ਗਏ ਗਿਆਨ ਨੂੰ ਕਿਰਿਆਤਮਕ ਤੇ ਵਿਵਹਾਰਿਕ ਰੂਪ ਦੇਣ ਲਈ ਵੀ ਕੋਸ਼ਿਸ਼ਾਂ ਕਰਦੇ ਨੇ। ਬੱਚਿਆਂ ਵਿੱਚ ਪ੍ਰੀਖਣ ਤੇ ਨਿਰੀਖਣ ਕਰਕੇ ਚੰਗੇ ਨਤੀਜੇ ਤੱਕ ਪਹੁੰਚਣ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ। ਤਾਂ ਬੱਚੇ ਕੀ ਕਰਦੇ ਨੇ, ਜਿਹੜੇ ਬੱਚਿਆਂ ਦੇ ਅੰਦਰ ਦੇਖਣ ਸੁਣਨ ਦੇ ਜੋ ਸਾਧਨ ਹੁੰਦੇ ਨੇ ਉਹ ਬੱਚਿਆਂ ਦੇ ਅੰਦਰ ਇੱਕ ਜਿੱਥੇ ਵਿਗਿਆਨਿਕ ਸੋਚ ਦਾ ਇਜ਼ਾਫਾ ਕਰਦੇ ਨੇ ਉੱਥੇ ਹੀ ਬੱਚਿਆਂ ਦੇ ਅੰਦਰ ਕਿਰਿਆਸ਼ੀਲਤਾ ਤੇ ਵਿਵਹਾਰਿਕ ਰੂਪ ਦੇ ਲਈ ਵੀ ਕੋਸ਼ਿਸ਼ਾਂ ਜ਼ਿਆਦਾ ਹੁੰਦੀਆਂ ਨੇ। ਅਤੇ ਇਸ ਦੇ ਨਾਲ ਨਾਲ ਬੱਚਿਆਂ ਦੇ ਅੰਦਰ ਨਿਰੀਖਣ ਅਤੇ ਪ੍ਰੀਖਣ ਦੇ ਇੱਕ ਚੰਗੇ ਨਤੀਜੇ ਵੀ ਹਾਸਲ ਕਰਨ ਦੀ ਸਮਰੱਥਾ ਦਾ ਵਿਕਾਸ ਹੋ ਜਾਂਦਾ ਹੈ, ਉਸ ਦਾ ਵੀ ਇਜ਼ਾਫਾ ਹੁੰਦਾ ਹੈ। ਫਿਰ ਅਗਲਾ ਪੁਆਇੰਟ ਆ ਜਾਂਦਾ ਸਿੱਖਿਆ ਸੂਤਰਾਂ ਦਾ ਆਧਾਰ। ਦੇਖਣ ਸੁਣਨ ਸਾਧਨਾਂ ਦੀ ਵਰਤੋਂ ਸਿੱਖਿਆ ਦੇ ਸੂਤਰਾਂ 'ਤੇ ਆਧਾਰਿਤ ਹੈ। ਸਿੱਖਿਆ ਦੇ ਸੂਤਰ ਵੀ ਆਪਦੇ ਸਿਲੇਬਸ ਦੇ ਅੰਦਰ ਨੇ, ਇਹ ਵੀ ਆਪ ਨੂੰ ਅਗਲੀਆਂ ਕਲਾਸਾਂ ਦੇ ਅੰਦਰ ਸਮਝਾਏ ਜਾਣਗੇ। ਸਿੱਖਿਆ ਦੇ ਸੂਤਰ ਇੱਕ ਇੰਪੋਰਟੈਂਟ ਟੌਪਿਕ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰਲ ਤੋਂ ਔਖੇ, ਗਿਆਤ ਤੋਂ ਗਿਆਤ, ਸਥੂਲ ਤੋਂ ਸੂਖਮ ਵੱਲ ਵੱਧ ਸਕਦੀ ਹਾਂ। ਯਾਨੀ ਇਸ ਸਿੱਖਿਆ ਸੂਤਰਾਂ ਦੇ ਰਾਹੀਂ ਦੱਸਿਆ ਜਾਂਦਾ ਹੈ ਕਿ ਕਿਸ ਕੰਡੀਸ਼ਨ ਤੋਂ ਕਿਸ ਕੰਡੀਸ਼ਨ ਦੇ ਵੱਲ ਬੱਚੇ ਨੂੰ ਗਿਆਨ ਦੇਣਾ ਹੈ। ਦੇਖਣ ਸੁਣਨ ਦੇ ਸਾਧਨ ਸੌਖੇ ਗਿਆਨ ਤੋਂ ਔਖੇ ਗਿਆਨ ਵੱਲ ਪ੍ਰੇਰਿਤ ਕਰਦੇ ਨੇ। ਜਿਹੜੇ ਦੇਖਣ ਸੁਣਨ ਦੇ ਸਾਧਨ ਹੁੰਦੇ ਨੇ ਉਹ ਪਹਿਲਾਂ ਸੌਖੇ ਗਿਆਨ ਦੇ ਅਹਿਸਾਸ ਕਰਾਉਂਦੇ ਨੇ ਅਤੇ ਉਸ ਤੋਂ ਬਾਅਦ 'ਚ ਔਖੇ ਗਿਆਨ ਦੇ ਪ੍ਰੇਰਨਾ ਦੇ ਕੇ ਅੱਗੇ ਉਸ ਨੂੰ ਵਧਾਇਆ ਜਾਂਦਾ, ਬੱਚੇ ਨੂੰ ਗਿਆਨ ਦਿੱਤਾ ਜਾਂਦਾ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਜੋ ਅਗਲਾ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਸਿੱਖਿਆ ਵਿੱਚ ਪ੍ਰਵੀਨਤਾ। ਸਿੱਖਿਆ ਵਿੱਚ ਪ੍ਰਵੀਨਤਾ ਦੇਖਣ ਸੁਣਨ ਦੇ ਸਾਧਨਾਂ ਦੀ ਵਰਤੋਂ ਨਾਲ ਬੱਚੇ ਸਿੱਖਿਆ ਵਿੱਚ ਪ੍ਰਵੀਨਤਾ ਲਿਆ ਸਕਦੇ ਨੇ। ਸਮੱਗਰੀ ਦੀ ਵਰਤੋਂ ਨਾਲ ਬੱਚਿਆਂ ਵਿੱਚ ਕੁਸ਼ਲਤਾ ਆਉਂਦੀ ਹੈ ਜੋ ਬੱਚੇ ਦੇ ਗਿਆਨ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਕੰਮ ਕਰਦੀ ਹੈ। ਬੱਚੇ ਦੇਖੋ ਜਿੱਥੇ ਹੀ ਆਪਣੇ ਗਿਆਨ ਨੂੰ ਪਰਮਾਨੈਂਟ ਕਰਦੇ ਨੇ ਉੱਥੇ ਉਹ ਐਕਟਿਵ ਹੋ ਜਾਂਦੇ ਨੇ, ਬੜੀ ਹੀ ਉਤਸੁਕਤਾ ਦੇ ਨਾਲ ਗਿਆਨ ਹਾਸਲ ਕਰਦੇ ਨੇ। ਇਹ ਸਭ ਦੇਖਣ ਸੁਣਨ ਦੇ ਸਾਧਨਾਂ ਦੀ ਵਰਤੋਂ ਦੇ ਕਾਰਨ ਹੈ। ਉਹਨਾਂ ਦੀ ਲੋੜ ਤੇ ਮਹੱਤਤਾ ਇਸ ਲਈ ਹੈ ਕਿ ਬੱਚੇ ਨੂੰ ਉਹ ਹੋਰ ਵਧੇਰੇ ਜਗਾਉਂਦੇ ਨੇ ਅਤੇ ਗਿਆਨ ਨੂੰ ਸਥਾਈ ਕਰਾਉਂਦੇ ਨੇ। ਬੱਚਾ ਬੜਾ ਹੀ ਐਕਟਿਵ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਫਿਰ ਉਹ ਗਿਆਨ ਹਾਸਲ ਕਰ ਲੈਂਦਾ ਹੈ। ਫਿਰ ਅਗਲਾ ਪੁਆਇੰਟ ਆ ਜਾਂਦਾ ਮਨੋਵਿਗਿਆਨਿਕ ਮਹੱਤਤਾ। ਬੱਚੇ ਦੀ ਸਰੀਰਕ ਤੇ ਮਾਨਸਿਕ ਸਮਰੱਥਾ ਸਹਾਇਕ ਸਾਧਨਾਂ ਵੱਲ ਵਧੇਰੇ ਹੁੰਦੀ ਹੈ। ਇਹ ਇੱਕ ਮਨੋਵਿਗਿਆਨਿਕ ਆਧਾਰ ਹੈ। ਇਹ ਮਨੋਵਿਗਿਆਨਿਕ ਇੱਕ ਅਸੀਂ ਸੋਚ ਕਹਿ ਸਕਦੇ ਹਾਂ, ਆਧਾਰ ਕਹਿ ਸਕਦੇ ਹਾਂ ਕਿ ਬੱਚੇ ਦਾ ਜ਼ਿਆਦਾ ਜਿਹੜਾ ਝੁਕਾਵ ਹੁੰਦਾ ਹੈ ਉਹ ਸਹਾਇਕ ਸਾਧਨਾਂ ਦੇ ਵੱਲ ਆਉਂਦਾ ਹੈ ਕਿ ਉਹ ਕੀ ਨਵਾਂ ਦੇਖੇ, ਨਵਾਂ ਸੁਣੇ, ਇੱਦਾਂ ਦਾ ਉਸਦਾ ਰੁਝਾਨ ਹੁੰਦਾ ਹੈ। ਇਸ ਅਨੁਸਾਰ ਬੱਚਾ ਵਧੇਰੇ ਕਿਰਿਆਸ਼ੀਲ ਹੋ ਕੇ ਸਿੱਖਿਆ ਗ੍ਰਹਿਣ ਕਰ ਸਕਦਾ ਹੈ। ਤਾਂ ਉਸ ਵੇਲੇ ਬੱਚਾ ਕੀ ਕਰੇਗਾ, ਜ਼ਿਆਦਾ ਐਕਟਿਵ ਹੋਏਗਾ ਅਤੇ ਗਿਆਨ ਹੈ ਜਿਹੜਾ ਉਹ ਸੌਖੇ ਤਰੀਕੇ ਨਾਲ ਅਤੇ ਪਰਮਾਨੈਂਟਲੀ ਗਿਆਨ ਹੈ ਜਿਹੜਾ ਹਾਸਲ ਕਰ ਲਏਗਾ। ਫਿਰ ਉਸ ਤੋਂ ਬਾਅਦ ਆ ਗਿਆ ਘੱਟ ਬੁੱਧੀ ਵਾਲੇ ਬੱਚਿਆਂ ਲਈ ਉਪਯੋਗੀ। ਇਹ ਤਾਂ ਬਹੁਤ ਇੰਪੋਰਟੈਂਟ ਟੌਪਿਕ ਹੈ ਸਾਥੀਓ ਕਿ ਜਿਹੜੇ ਘੱਟ ਬੁੱਧੀ ਵਾਲੇ ਜਿਨ੍ਹਾਂ ਦੀ ਆਪਾਂ ਮਾਨਸਿਕ ਯੋਗਤਾ ਘੱਟ ਮੰਨਦੇ ਹੈ ਨਾ, ਤੁਸੀਂ ਪੜ੍ਹਿਆ ਹੋਏਗਾ 140 ਤੱਕ ਦੀ ਜਿਹੜੀ ਆਪਣੀ ਮਾਨਸਿਕ ਯੋਗਤਾ ਹੈ ਜਿਹੜੀ ਅਸੀਂ ਬਹੁਤ ਉੱਤਮ ਕਹਿ ਸਕਦੇ ਹਾਂ। ਤਾਂ ਉਸ ਕੜੀ ਦੇ ਅੰਦਰ ਜਿਹੜੇ ਘੱਟ ਬੁੱਧੀ ਵਾਲੇ ਬੱਚੇ ਆ ਜਾਂਦੇ ਨੇ ਤਾਂ ਉਹਨਾਂ ਲਈ ਇਹ ਦੇਖਣ ਸੁਣਨ ਦੇ ਸਾਧਨ ਸਭ ਤੋਂ ਜ਼ਿਆਦਾ ਕਾਰਗਰ ਸਿੱਧ ਹੁੰਦੇ ਨੇ। ਦੇਖਣ ਸੁਣਨ ਦੇ ਸਾਧਨਾਂ ਦੀ ਵਰਤੋਂ ਘੱਟ ਬੁੱਧੀ ਵਾਲੇ ਬੱਚਿਆਂ ਲਈ ਸਹਾਇਕ ਹੈ। ਇਹਨਾਂ ਸਾਧਨਾਂ ਦੀ ਵਰਤੋਂ ਨਾਲ
ਬੱਚੇ ਪੰਜਾਬੀ ਭਾਸ਼ਾ ਦੇ ਗਿਆਨ ਨੂੰ ਵਿਵਹਾਰਿਕ ਰੂਪ ਦੇਣ ਦੀ ਕੋਸ਼ਿਸ਼ ਕਰਦੇ ਹਨ। ਖਾਸ ਤੌਰ ਤੇ ਵਿਆਕਰਨ ਦੇ ਨੇਮ ਸਮਝਾਉਣ ਲਈ ਇਹ ਬਹੁਤ ਹੀ ਮਦਦਗਾਰ ਨੇ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਵਿਆਕਰਨ ਦੇ ਜੇਕਰ ਨਿਯਮ ਸਮਝਾਉਣੇ ਹੋਣ ਤਾਂ ਇਹ ਖਾਸ ਤੌਰ ਤੇ ਉਪਯੋਗੀ ਨੇ, ਉਹਨਾਂ ਦੀ ਮਦਦ ਕਰਨ ਵਾਲੇ ਨੇ। ਪੰਜਾਬੀ ਭਾਸ਼ਾ ਦੇ ਗਿਆਨ ਨੂੰ ਵਿਹਾਰਿਕ ਰੂਪ ਦੇਣ ਦੇ ਅੰਦਰ ਵੀ ਮਦਦ ਕਰਨ ਵਾਲੇ ਹੁੰਦੇ ਨੇ। ਇਸ ਲਈ ਸਾਨੂੰ ਆਪਣੀ ਕਲਾਸਰੂਮ ਦੇ ਅੰਦਰ ਬੱਚਿਆਂ ਨੂੰ ਗਿਆਨ ਦੇਣ ਦੇ ਲਈ ਦੇਖਣ ਸੁਣਨ ਦੇ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਕਿ ਬੱਚੇ ਵਧੇਰੇ ਐਕਟਿਵ ਹੋ ਕੇ ਉਸ ਗਿਆਨ ਨੂੰ ਸਥਾਈ ਕਰ ਸਕਣ। ਤਾਂ ਇਹ ਉਹ ਜ਼ਰੂਰੀ ਗੱਲਾਂ ਸਨ ਜੋ ਦੇਖਣ ਸੁਣਨ ਦੇ ਸਾਧਨਾਂ ਦਾ ਮਹੱਤਵ ਜਾਂ ਫਿਰ ਉਹਨਾਂ ਦੀ ਲੋੜ ਨੂੰ ਸਿੱਧ ਕਰ ਰਹੀਆਂ ਸਨ। ਹੁਣ ਆਪਣੇ ਕੋਲ ਕੁਝ ਇਹਨਾਂ ਦੀ ਵਰਤੋਂ ਤੋਂ ਸੰਬੰਧਿਤ ਕੁਝ ਹੋਰ ਜ਼ਰੂਰੀ ਗੱਲਾਂ ਆ ਜਾਂਦੀਆਂ ਨੇ। ਪਹਿਲੇ ਆਪਾਂ ਉਹ ਦੇਖ ਲੈਂਦੇ ਹਾਂ। ਦੇਖਣ ਸੁਣ ਸਾਧਨਾਂ ਦੇ ਪ੍ਰਯੋਗ ਲਈ ਮਹੱਤਵਪੂਰਨ ਕੁਝ ਗੱਲਾਂ ਨੇ। ਦੇਖਣ ਸੁਣ ਸਾਧਨਾਂ ਦੇ ਪ੍ਰਯੋਗ ਲਈ ਮਹੱਤਵਪੂਰਨ ਗੱਲਾਂ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਜਾ ਸਕਦਾ ਹੈ। ਸਭ ਤੋਂ ਪਹਿਲੇ ਤਾਂ ਆ ਜਾਂਦਾ ਹੈ ਬੱਚਿਆਂ ਦਾ ਮਾਨਸਿਕ ਪੱਧਰ। ਤਾਂ ਦੇਖੋ, ਇਹ ਬੱਚਿਆਂ ਦੇ ਮਾਨਸਿਕ ਪੱਧਰ ਅਨੁਸਾਰ ਹੋਣੇ ਚਾਹੀਦੀਆਂ ਨੇ। ਫਿਰ ਰੁਚੀ ਪੈਦਾ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਨੇ। ਯੋਗਤਾ ਤੇ ਉਮਰ ਅਨੁਸਾਰ ਹੀ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ ਦੀ ਕਿੰਨੀ ਯੋਗਤਾ ਹੈ ਤੇ ਉਹਨਾਂ ਦੀ ਉਮਰ ਕੀ ਹੈ, ਉਸ ਦੇ ਅਕੋਰਡਿੰਗ ਹੀ ਸਾਨੂੰ ਸਹਾਇਕ ਜਿਹੜੀ ਸਾਮਗਰੀ ਹੁੰਦੀ ਹੈ, ਦੇਖਣ ਸੁਣਨ ਦੇ ਸਾਧਨ ਹੁੰਦੇ ਨੇ, ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਐਸਾ ਨਾ ਹੋਵੇ ਕਿ ਉਹ ਬੱਚਿਆਂ ਦੀ ਉਮਰ ਤੋਂ ਕਿਤੇ ਵਧੇਰੇ ਉਮਰ ਵਾਲੇ ਬੱਚਿਆਂ ਦੇ ਲਈ ਕਾਰਗਰ ਹੋਣ ਤਾਂ ਛੋਟੇ ਬੱਚਿਆਂ ਦੇ ਲਈ ਉਹ ਮਾਇਨੇ ਨਹੀਂ ਰੱਖਣਗੀਆਂ। ਫਿਰ ਉਸ ਤੋਂ ਬਾਅਦ 'ਚ ਆ ਗਿਆ ਦੇਖਣ ਸੁਣ ਸਾਧਨਾਂ ਦਾ ਸਥਾਨ ਐਸਾ ਹੋਵੇ ਕਿ ਜਮਾਤ ਵਿੱਚ ਉਸ ਦਾ ਪ੍ਰਭਾਵ ਪੈ ਸਕੇ। ਯਾਨੀ ਕਲਾਸਰੂਮ ਦੇ ਅੰਦਰ ਐਸੀ ਜਗ੍ਹਾ ਉਹਨਾਂ ਨੂੰ ਸੈਟਲ ਕੀਤਾ ਜਾਏ ਕਿ ਪੂਰੀ ਕਲਾਸ ਦੇ ਅੰਦਰ ਉਹ ਉਹਨਾਂ ਦਾ ਪ੍ਰਭਾਵ ਬਣਿਆ ਰਹੇ, ਨੀਰਸ ਨਾ ਹੋ ਜਾਏ। ਇਹ ਨਾ ਹੋ ਜਾਏ ਕਿ ਬੱਚਿਆਂ ਦਾ ਉਧਰ ਧਿਆਨ ਹੀ ਨਹੀਂ ਜਾ ਰਿਹਾ ਹੈ। ਫਿਰ ਉਸ ਤੋਂ ਬਾਅਦ 'ਚ ਆਪਣੇ ਕੋਲ ਆ ਜਾਂਦਾ ਸਹਾਇਕ ਸਾਧਨਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਐਸਾ ਨਾ ਹੋਏ ਕਿ ਐਸਾ ਨਾ ਕਰਨ 'ਤੇ ਸਾਧਨਾਂ ਦਾ ਪ੍ਰਭਾਵ ਘੱਟ ਜਾਂਦਾ ਹੈ। ਹੁੰਦਾ ਕੀ ਹੈ, ਕਈ ਵਾਰ ਅਸੀਂ ਬੇਲੋੜੇ ਵੀ ਅਸੀਂ ਵਰਤੋਂ ਕਰਦੇ ਰਹਿੰਦੇ ਹਾਂ। ਤਾਂ ਬੇਲੋੜੇ ਵੀ ਅਗਰ ਅਸੀਂ ਕਿਸੇ ਚੀਜ਼ ਨੂੰ ਵਰਤਾਂਗੇ ਤਾਂ ਉਸ ਦਾ ਪ੍ਰਭਾਵ ਨਹੀਂ ਰਹੇਗਾ ਅਤੇ ਬੱਚੇ ਫਿਰ ਕੋਈ ਨਵੀਂ ਚੀਜ਼ ਵੱਲ ਜਦੋਂ ਅਸੀਂ ਧਿਆਨ ਦਿਵਾਉਣਾ ਚਾਹਾਂਗੇ ਤਾਂ ਉਨੇ ਕਿਰਿਆਸ਼ੀਲ ਨਹੀਂ ਰਹਿਣਗੇ। ਇਸ ਲਈ ਸਾਨੂੰ ਸਹਾਇਕ ਸਾਧਨਾਂ ਦੀ ਵਰਤੋਂ ਹੈ ਜਿਹੜੀ ਲੋੜ ਅਨੁਸਾਰ ਕਰਨੀ ਚਾਹੀਦੀ ਹੈ। ਫਿਰ ਅਗਲਾ ਪੁਆਇੰਟ ਆ ਜਾਂਦਾ ਹੈ, ਇਹਨਾਂ ਸਾਧਨਾਂ ਦੀ ਵਰਤੋਂ ਸੁਗਮਤਾ ਅਨੁਸਾਰ ਕਰਨੀ ਚਾਹੀਦੀ ਹੈ। ਬੜੇ ਹੀ ਸੁਚੱਜੇ ਢੰਗ ਦੇ ਨਾਲ ਅਧਿਆਪਕ ਨੂੰ ਚਾਹੀਦਾ ਹੈ ਕਿ ਦੇਖਣ ਸੁਣਨ ਦੇ ਸਾਧਨਾਂ ਨੂੰ ਵਰਤਿਆ ਜਾਏ ਤਾਂ ਕਿ ਬੱਚੇ ਵਧੇਰੇ ਐਕਟਿਵ ਹੋ ਕੇ ਉਸ ਗਿਆਨ ਨੂੰ ਸਥਾਈ ਕਰ ਸਕਣ, ਉਹ ਉਤਸਕ ਬਣੇ ਰਹਿਣ, ਉਹਨਾਂ ਦੇ ਅੰਦਰ ਰੁਚੀ ਪੈਦਾ ਹੋ ਸਕੇ, ਉਹ ਆਪਣੇ ਗਿਆਨ ਨੂੰ ਹਮੇਸ਼ਾ ਦੇ ਲਈ ਸਥਾਈ ਕਰ ਲੈਣ। ਫਿਰ ਅਗਲਾ ਪੁਆਇੰਟ ਆ ਜਾਂਦਾ ਹੈ ਪਾਠ ਦੇ ਆਧਾਰ 'ਤੇ ਦੇਖਣ ਸੁਣ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹੁਣ ਜਿਵੇਂ ਸਾਡਾ ਪਾਠ ਹੈ, ਕਿਉਂਕਿ ਅਸੀਂ ਪਾਠ ਪੁਸਤਕਾਂ ਨੂੰ ਆਧਾਰ ਬਣਾ ਕੇ ਬੱਚੇ ਨੂੰ ਗਿਆਨ ਦਿੰਦੇ ਹਾਂ ਅਤੇ ਉਸੇ ਦੇ ਅਨੁਸਾਰ ਹੀ ਬੱਚੇ ਨੂੰ ਦੇਖਣ ਸੁਣਨ ਦੇ ਸਾਧਨਾਂ ਦੀ ਵਰਤੋਂ ਕਰਵਾਉਣੀ ਚਾਹੀਦੀ ਹੈ। ਫਿਰ ਅਗਲਾ ਪੁਆਇੰਟ ਆ ਜਾਂਦਾ ਹੈ ਪਾਠ ਦੇ ਆਧਾਰ 'ਤੇ ਇਹ ਖਿਆਲ ਰੱਖਿਆ ਜਾਏ ਕਿ ਸਾਧਨਾਂ ਦੀ ਵਰਤੋਂ ਜ਼ਿਆਦਾ ਨਾ ਹੋਵੇ ਜਿਸ ਨਾਲ ਬੱਚੇ ਗੁੰਮਰਾਹ ਹੋ ਜਾਣ। ਯਾਨੀ ਜ਼ਿਆਦਾ ਨਾ ਵਰਤੋਂ ਕਰਕੇ ਬੱਚਿਆਂ ਨੂੰ ਲੋੜ ਅਨੁਸਾਰ ਵਰਤੋਂ ਕੀਤੀ ਜਾਏ ਦੇਖਣ ਸੁਣਨ ਦੇ ਸਾਧਨਾਂ ਦੀ। ਜੇਕਰ ਅਸੀਂ ਜ਼ਰੂਰਤ ਤੋਂ ਜ਼ਿਆਦਾ ਸਹਾਇਕ ਸਾਧਨ ਨੇ ਜਿਹੜੇ ਉਹ ਵਰਤਾਂਗੇ ਤਾਂ ਬੱਚੇ ਗੁੰਮਰਾਹ ਵੀ ਹੋ ਸਕਦੇ ਨੇ। ਉਹ ਜ਼ਿਆਦਾ ਸਾਧਨਾਂ ਦੀ ਵਰਤੋਂ ਕਰਕੇ ਉਹ ਫਿਰ ਕਨਫਿਊਜ਼ ਵੀ ਹੋਣ ਲੱਗਣਗੇ। ਤਾਂ ਇਸ ਲਈ ਸਾਨੂੰ ਲੋੜ ਅਨੁਸਾਰ ਹੀ ਦੇਖਣ ਸੁਣਨ ਦੇ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ 2 ਪੁਆਇੰਟ ਹੋਰ ਆ ਜਾਂਦੇ ਨੇ, ਉਹਨਾਂ ਨੂੰ ਵੀ ਆਪਾਂ ਦੇਖ ਹੀ ਲੈਂਦੇ ਹਾਂ। ਰੇਡੀਓ, TV ਆਦਿ ਸਾਧਨਾਂ ਦੇ ਪ੍ਰਯੋਗ ਦੀ ਸਕੂਲ ਸਮੇਂ ਵਿੱਚ ਵਿਵਸਥਾ ਹੋਣੀ ਚਾਹੀਦੀ ਹੈ। ਇਹ ਸਾਧਨ ਤਾਂ ਹਰ ਵੇਲੇ ਸਕੂਲ ਦੇ ਅੰਦਰ ਹੋਣੇ ਚਾਹੀਦੇ ਨੇ, ਜਿਸ ਨੂੰ ਅਸੀਂ ਸਹਾਇਕ ਸਾਧਨ ਕਹਿ ਸਕਦੇ ਹਾਂ, ਦੇਖਣ ਸੁਣਨ ਦੇ ਸਾਧਨ ਕਹਿ ਸਕਦੇ ਹਾਂ। ਰੇਡੀਓ ਹੈ ਜਿਹੜਾ, ਉਸ ਨੂੰ ਅਸੀਂ ਇਕੱਲਾ ਸੁਣ ਸਕਦੇ ਹਾਂ। TV ਨੂੰ ਅਸੀਂ ਦੇਖ ਵੀ ਸਕਦੇ ਹਾਂ ਅਤੇ ਸੁਣ ਵੀ ਸਕਦੇ ਹਾਂ। ਫਿਰ ਉਸ ਤੋਂ ਬਾਅਦ 'ਚ ਆ ਗਿਆ ਦੇਖਣ ਸੁਣਨ ਦੇ ਸਾਧਨਾਂ ਦੀ ਵਰਤੋਂ ਉਦੇਸ਼ਾਂ ਦੇ ਆਧਾਰ 'ਤੇ ਹੀ ਕਰਨੀ ਚਾਹੀਦੀ ਹੈ। ਯਾਨੀ ਜੋ ਸਾਡੇ ਉਦੇਸ਼ ਹੁੰਦੇ ਨੇ, ਮੰਤਵ ਹੁੰਦੇ ਨੇ, ਉਹਨਾਂ ਦੇ ਅਕੋਰਡਿੰਗ ਹੀ ਦੇਖਣ ਸੁਣਨ ਦੇ ਸਾਧਨਾਂ ਨੂੰ ਉਪਯੋਗ ਦੇ ਅੰਦਰ ਲੈਣਾ ਚਾਹੀਦਾ ਹੈ। ਨਾ ਕਿ ਐਸੇ ਢੰਗ ਨਾਲ ਲਿਆ ਜਾਏ ਕਿ ਉਹ ਬੱਚਿਆਂ ਦੇ ਲਈ ਨੀਰਸ ਹੋ ਜਾਣ ਅਤੇ ਉਹ ਉਦੇਸ਼ਾਂ ਤੋਂ ਹੀਣ ਬਣੇ ਰਹਿਣ। ਤਾਂ ਇਹ ਉਹ ਗੱਲਾਂ ਸਨ ਜਿਹੜੀਆਂ ਸਹਾਇਕ ਸਮੱਗਰੀ ਦੇ ਲਈ ਆਪਣੀ ਲੋੜੀਂਦੀਆਂ ਸਨ, ਜਾਂ ਫਿਰ ਇਹ ਕਹੀਏ ਕਿ ਮਹੱਤਵਪੂਰਨ ਸਨ।
इस पॉइंट के अंदरों प्रश्न हर हालत पूछा जाएगा। तो एक पॉइंट के अंदरों एक दो प्रश्न करके ही आपका सिलेबस तैयार किया गया। इसलिए जो भी टॉपिक है उसनों वधिया ध्यान नाल समझा जाए। नाल ही नाल मैं ये भी नोटिस करवा रहा हाँ कि इस टॉपिक के अंदरों आपको किस तरीके दे ते किन्ने प्रश्न आने की संभावना है। साथियों, संभावना ही प्रगट की जा सकती है। पिछले वरियां के पेपर के आधारित आप ये गल्लां करते हाँ, क्योंकि जिन्ने भी आप 2011, 12, 15, 17 के जो भी पेपर देखे ने तो उन्होंने अंदर इन्होंने पॉइंटों के अंदरों हर हालत एक प्रश्न जरूर आया है। तो एक प्रश्न करके आपको कामयाबी मिलने वाली है। मैनू आस है कि अज का जो लैक्चर है आपके लिए लाहेबंद सिद्ध होएगा। ऐसे तरीके नाल चैनल को प्यार ते सत्कार दिंदे रहो। मिलते हाँ अगली क्लास के अंदर। उदों तक के लिए धन्यवाद साथियों।